ਵਿਦਿਆਰਥੀਓ, ਅੱਜ ਦਾ ਸਾਡਾ ਬਹੁਤ ਹੀ ਵਧੀਆ ਟੌਪਿਕ ਹੈ ਖੇਡ ਮਨੋਵਿਗਿਆਨ। ਜਿਹੜਾ ਖੇਡ ਮਨੋਵਿਗਿਆਨ ਹੈ, ਇਹ ਜਿਹਨੂੰ ਅਸੀਂ ਸਪੋਰਟਸ ਸਾਈਕੋਲੋਜੀ ਕਹਿ ਸਕਦੇ ਹਾਂ, ਬੜਾ ਮਹੱਤਵਪੂਰਨ ਵਿਸ਼ਾ ਹੈ। ਇਹਦਾ ਮਹੱਤਵ ਤੁਸੀਂ ਇਸ ਪੈਰੇ ਤੋਂ ਦੇਖ ਸਕਦੇ ਹੋ। ਅਤੇ ਖੇਡ ਮਨੋਵਿਗਿਆਨ ਦਾ ਜੇ ਅਸੀਂ ਅਰਥ ਕਰਨਾ ਹੋਵੇ ਤਾਂ ਇਹ 3 ਸ਼ਬਦਾਂ ਦੇ ਸੁਮੇਲ ਤੋਂ ਬਣਿਆ। ਖੇਡ ਮਨੋਵਿਗਿਆਨ। ਖੇਡ ਤੋਂ ਭਾਵ ਖੇਡ ਅਤੇ ਖਿਡਾਰੀ, ਮਨੋ ਤੋਂ ਭਾਵ ਵਿਹਾਰ, ਮਾਨਸਿਕ ਪ੍ਰਕਿਰਿਆ, ਅਤੇ ਵਿਗਿਆਨ ਤੋਂ ਭਾਵ ਹੈ ਅਧਿਐਨ ਕਰਨਾ, ਭਾਵ ਖੇਡ ਅਤੇ ਖਿਡਾਰੀਆਂ ਦੀਆਂ ਹਰਕਤਾਂ ਦੇ ਵਿਹਾਰਾਂ ਦਾ ਪ੍ਰਤੱਖ ਰੂਪ ਵਿੱਚ ਅਧਿਐਨ ਕਰਨਾ। ਠੀਕ ਹੈ ਜੀ। ਸੋ ਖੇਡ ਮਨੋਵਿਗਿਆਨ ਰੀੜ੍ਹ ਦੀ ਹੱਡੀ ਵਾਂਗ ਖਿਡਾਰੀ ਦੀ ਪਰਫਾਰਮੈਂਸ ਨੂੰ ਸਫਲ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੰਦਾ ਹੈ, ਜੋ ਮੁਕਾਬਲੇ ਦੌਰਾਨ ਅਤੇ ਅਭਿਆਸ ਦੌਰਾਨ ਖਿਡਾਰੀ ਦੇ ਮਨੋਬਲ ਨੂੰ ਡਿੱਗਣ ਨਹੀਂ ਦਿੰਦਾ, ਸਗੋਂ ਖਿਡਾਰੀ ਨੂੰ ਮਾਨਸਿਕ ਤੌਰ 'ਤੇ ਸਮਰੱਥ ਅਤੇ ਅਗਾਂਹ ਵਧੂ ਵਿਚਾਰਾਂ ਵਾਲਾ ਬਣਾਉਂਦਾ ਹੈ। ਸੋ ਇਹ ਜਿਹੜਾ ਖੇਡ ਮਨੋਵਿਗਿਆਨ ਹੈ, ਇਹ ਜਿਹੜੀ ਸਾਡੀ ਇੱਕ ਖਿਡਾਰੀ ਨੂੰ ਮਨੋਵਿਗਿਆਨਕ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ। ਅਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਪੱਖਾਂ 'ਚ ਸਾਨੂੰ ਫਾਇਦਾ ਕਰਦਾ, ਪਹਿਲਾਂ ਅਸੀਂ ਇਹਦੀ ਖੇਡ ਮਨੋਵਿਗਿਆਨ ਦੀ ਜਿਹੜੀ ਪਰਿਭਾਸ਼ਾ ਹੈ ਉਹ ਦੇਖ ਲਈਏ। ਇਹ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਬਰਾਊਨ ਅਤੇ ਮੈਹੋਨੀ ਉਹਨਾਂ ਦੀ ਪਰਿਭਾਸ਼ਾ ਹੈ। ਦੂਜੇ ਨੰਬਰ ਦੇ ਉੱਤੇ ਸਿੰਗਰ ਉਹਨਾਂ ਦੀ ਪਰਿਭਾਸ਼ਾ ਹੈ। ਤੀਜੇ ਨੰਬਰ ਦੇ ਉੱਤੇ ਜਿਹੜੀ ਪਰਿਭਾਸ਼ਾ ਹੈ ਉਹ ਖੇਡ ਮਨੋਵਿਗਿਆਨ ਦੇ ਯੂਰਪਨ ਸੰਘ ਦੇ ਅਨੁਸਾਰ ਹੈ। ਉਹ ਕੀ ਕਹਿੰਦੇ, ਖੇਡ ਮਨੋਵਿਗਿਆਨ ਖੇਡਾਂ ਦੇ ਮਾਨਸਿਕ ਆਧਾਰ, ਕਾਰਜ ਅਤੇ ਪ੍ਰਭਾਵ ਦਾ ਅਧਿਐਨ। ਸੋ ਉਪਰੋਕਤ ਪਰਿਭਾਸ਼ਾ ਅਨੁਸਾਰ ਜਿੰਨੀਆਂ ਤੁਸੀਂ ਪੜ੍ਹੀਆਂ, ਜੇ ਆਪਾਂ ਸਿੱਟਾ ਕੱਢਣਾ ਹੋਵੇ ਤਾਂ ਇਹ ਬਣਦਾ ਕਿ ਖੇਡ ਮਨੋਵਿਗਿਆਨ ਖੇਡ ਨਿਯਮਾਂ, ਸਿਧਾਂਤਾਂ ਦੀ ਪਾਲਣਾ ਕਰਦਾ ਹੋਇਆ ਖਿਡਾਰੀ ਦੇ ਮਾਨਸਿਕ ਪੱਧਰ ਅਤੇ ਵਿਹਾਰਾਂ ਦੀ ਪੜਚੋਲ ਕਰਦਾ ਹੈਗਾ। ਖੇਡ ਮਨੋਵਿਗਿਆਨ ਦਾ ਖੇਤਰ ਕੀ ਹੈ? ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਖੇਡ ਮਨੋਵਿਗਿਆਨ ਕੀ ਹੈ। ਖੇਡ ਮਨੋਵਿਗਿਆਨ, ਠੀਕ ਹੈ, ਕੀ ਚੀਜ਼ ਹੈ? ਖੇਡ ਨਿਯਮਾਂ, ਸਿਧਾਂਤਾਂ ਦੀ ਪਾਲਣਾ ਕਰਦਾ ਹੋਇਆ ਖਿਡਾਰੀ ਦੇ ਮਾਨਸਿਕ ਪੱਧਰ, ਜਿਹੜਾ ਉਹਦੀ ਮੈਂਟਲ ਜਿਹੜਾ ਉਹਦਾ ਲੈਵਲ ਹੈ, ਅਤੇ ਵਿਹਾਰਾਂ ਦੀ, ਕਿਸ ਤਰ੍ਹਾਂ ਦੀ ਸਥਿਤੀ ਵਿੱਚ ਖਿਡਾਰੀ ਕਿਸ ਤਰ੍ਹਾਂ ਦਾ ਵਿਹਾਰ ਕਰਦਾ, ਉਹਦੀ ਪਰਖ ਪੜਚੋਲ ਕਰਦਾ ਖੇਡ ਮਨੋਵਿਗਿਆਨ। ਇਹਦਾ ਖੇਤਰ ਕੀ ਹੈ, ਇਹਦਾ ਸਕੋਪ ਕੀ ਹੈ? ਠੀਕ ਹੈ, ਉਹਦੇ ਲਈ ਅਸੀਂ ਦੇਖਦੇ ਹਾਂ ਕਿ ਮਨ ਅਤੇ ਸਰੀਰ ਸਿੱਕੇ ਦੇ 2 ਪਹਿਲੂਆਂ ਵਾਂਗ ਇਹਨਾਂ ਨੂੰ ਅਸੀਂ ਦੇਖਦੇ ਹਾਂ। ਸਰੀਰਕ ਵਿਕਾਸ ਤੋਂ ਬਿਨਾਂ ਮਾਨਸਿਕ ਵਿਕਾਸ ਨਹੀਂ ਹੋ ਸਕਦਾ, ਅਤੇ ਮਾਨਸਿਕ ਵਿਕਾਸ ਤੋਂ ਬਿਨਾਂ ਸਰੀਰਕ ਵਿਕਾਸ ਜਿਹੜਾ ਹੈ ਉਹ ਸੰਭਵ ਨਹੀਂ ਹੈਗਾ। ਠੀਕ ਹੈ, ਹੁਣ ਖਿਡਾਰੀ ਦੀ ਹੈਰੈਡਿਟੀ ਕੀ ਹੈਗੀ ਆ, ਉਹਦੀ ਜੱਦ ਕਿੱਦਾਂ ਦੀ ਹੈ, ਮਾਂ ਬਾਪ, ਉਹਦਾ ਪਿਛੋਕੜ, ਫਿਰ ਉਹ ਕਿਸ ਵਾਤਾਵਰਨ 'ਚ ਰਿਹਾ, ਕਿਸ ਤਰ੍ਹਾਂ ਦੀ ਉਹਦੀ ਸ਼ਖਸੀਅਤ ਆ, ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਕੀ ਉਹ ਨਿਕਲ ਕੇ ਸਾਹਮਣੇ ਆਇਆ, ਕਿੰਨਾਂ ਹਾਲਾਤਾਂ ਵਿੱਚ ਉਹ ਕੀ ਕਰਦਾ, ਇਹ ਉਹਦਾ ਅਸੀਂ ਐਨਾਲਿਸਿਸ ਕਰਦੇ ਹਾਂ। ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ ਕਿਹੜੀਆਂ ਨੇ? ਇੱਕ ਹੈ ਜੀ ਖੇਡ ਸੰਗਠਨ ਮਨੋਵਿਗਿਆਨ, ਦੂਜਾ ਸਿੱਖਿਆ ਮਨੋਵਿਗਿਆਨ, ਤੀਜਾ ਸਿਹਤ ਮਨੋਵਿਗਿਆਨ, ਚੌਥਾ ਚਿਕਿਤਸਾ ਅਤੇ ਕਲੀਨਿਕਲ ਮਨੋਵਿਗਿਆਨ, ਪੰਜਵਾਂ ਵਿਕਸਿਤ ਮਨੋਵਿਗਿਆਨ, ਛੇਵਾਂ ਕਸਰਤ ਮਨੋਵਿਗਿਆਨ, ਅਤੇ ਸੱਤਵਾਂ ਹੈ ਸਮਾਜ ਅਤੇ ਗਰੁੱਪ ਮਨੋਵਿਗਿਆਨ। ਠੀਕ ਹੈ ਜੀ। ਖੇਡ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਨ ਵਾਲੇ ਮਨੋਵਿਗਿਆਨਕ ਤੱਤ ਕਿਹੜੇ ਨੇ? ਦੇਖੋ, ਹਰ ਵਿਅਕਤੀ ਵਿਦਿਆਰਥੀ ਉਹ ਸੁਪਨਾ ਤਾਂ ਲੈਂਦਾ ਹੀ ਹੈ ਕਿ ਵੀ ਮੈਂ ਕਿਸੇ ਵੀ ਖੇਤਰ 'ਚ ਨਿਪੁੰਨ ਹੋਵਾਂ, ਹੈ ਨਾ, ਮੇਰਾ ਨਾਮ ਹੋਵੇ। ਇਸੇ ਤਰ੍ਹਾਂ ਇੱਕ ਖਿਡਾਰੀ ਜਦੋਂ ਖੇਡਣਾ ਸ਼ੁਰੂ ਕਰਦਾ, ਉਸਦਾ ਉਦੇਸ਼ ਜੀਵਨ ਵਿੱਚ ਵਧੀਆ ਖਿਡਾਰੀ ਬਣਨਾ ਹੁੰਦਾ ਹੈ। ਖੇਡ ਮਨੋਵਿਗਿਆਨ ਦੁਆਰਾ ਖਿਡਾਰੀ ਦੇ ਨਾ ਪੱਖੀ ਕਾਰਨਾਂ 'ਤੇ ਕਾਬੂ ਪਾ ਕੇ ਉਸ ਵਿੱਚ ਸਕਾਰਾਤਮਕ ਊਰਜਾ ਪੈਦਾ ਕਰਕੇ ਖਿਡਾਰੀ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਖਿਡਾਰੀ ਦੀਆਂ ਭਾਵਨਾਵਾਂ 'ਤੇ ਕਾਬੂ ਪਾਉਣਾ ਅਤੇ ਖਿਡਾਰੀ ਨੂੰ ਸਹਿਨਸ਼ੀਲ ਬਣਾਉਣਾ ਹੁੰਦਾ ਹੈ। ਠੀਕ ਹੈ, ਹੁਣ ਜਿਹੜਾ ਖੇਡ ਮਨੋਵਿਗਿਆਨ ਹੈ, ਇਹਦੇ ਵਿੱਚ ਅਸੀਂ ਪਹਿਲਾ ਪੁਆਇੰਟ ਦੇਖ ਰਹੇ ਹਾਂ ਬਿਹੇਵੀਅਰ। ਜਿਹੜਾ ਸਾਡਾ ਵਿਹਾਰ ਹੈ, ਜਦੋਂ ਅਸੀਂ ਖੇਡਦੇ ਹਾਂ ਤਾਂ ਸਾਡਾ ਜਿਹੜਾ ਚੇਤਨ ਜਾਂ ਅਚੇਤਨ ਪੱਖ ਹੈਗਾ, ਉਹ ਸਮਾਜਿਕ, ਨੈਤਿਕ ਅਤੇ ਅਨੈਤਿਕ ਸਾਰੇ ਪੱਖਾਂ ਦਾ ਜਦੋਂ ਅਸੀਂ ਖੇਡ ਰਹੇ ਹੁੰਦੇ ਹਾਂ, ਉਸ ਟਾਈਮ ਕੋਈ ਖਿਡਾਰੀ ਜਿਹੜਾ ਕਿਸ ਤਰੀਕੇ ਨਾਲ ਵਿਹਾਰ ਕਰਦਾ, ਕੋਈ ਖਿਡਾਰੀ ਕਿਸ ਤਰੀਕੇ ਨਾਲ ਵਿਹਾਰ ਕਰਦਾ। ਖੇਡ ਮਨੋਵਿਗਿਆਨ ਇਹਨਾਂ ਦਾ ਵਾਚਣ ਕਰਦਾ, ਇਹਨਾਂ ਦੀ ਪਰਖ ਕਰਦਾ, ਅਤੇ ਉਹ ਦੇਖਦਾ ਕਿ ਕਿਹੜਾ ਖਿਡਾਰੀ ਕਿਹੜੇ ਹਾਲਾਤਾਂ ਵਿੱਚ ਕਿਵੇਂ ਵਧੀਆ ਆਊਟਪੁੱਟ ਦੇ ਸਕਦਾ। ਠੀਕ ਹੈ, ਸੋ ਪਹਿਲਾਂ ਤਾਂ ਅਸੀਂ ਉਹਦੇ ਵਿਹਾਰ ਦਾ ਅਧਿਐਨ ਕਰਦੇ ਹਾਂ। ਜੇ ਉਹਦਾ ਵਿਹਾਰ ਚੰਗਾ ਤਾਂ ਬਹੁਤ ਵਧੀਆ, ਜੇਕਰ ਉਹਦਾ ਵਿਹਾਰ ਸਮਾਜਿਕ ਨਹੀਂ ਹੈ ਜਾਂ ਉਹਦਾ ਵਿਹਾਰ ਖੇਡ ਦੇ ਅਨੁਕੂਲ ਨਹੀਂ ਹੈ,
ਤਾਂ ਫਿਰ ਉਹਨੂੰ ਲੋੜ ਜੋਗਾ ਸੁਧਾਰ ਦਿੱਤਾ ਜਾਂਦਾ। ਦੂਜੇ ਨੰਬਰ 'ਤੇ ਹੈ ਭਾਵਨਾਵਾਂ। ਖੁਸ਼ੀ, ਗਮ, ਡਰ, ਚਿੰਤਾ, ਘਬਰਾਹਟ, ਗੁੱਸਾ, ਹੌਸਲਾ, ਕਈ ਤਰ੍ਹਾਂ ਦੀਆਂ ਭਾਵਨਾਵਾਂ ਸਾਡੇ ਮਨ 'ਚ ਹੁੰਦੀਆਂ ਨੇ। ਇਹ ਮਨੋਭਾਵ ਸਰੀਰ ਵਿੱਚ ਰੰਗ ਦਾ ਪੀਲਾ ਪੈਣਾ, ਪਸੀਨਾ ਆਉਣਾ, ਹਾਰਮੋਨ ਤਬਦੀਲੀ, ਕੰਬਣਾ, ਕਈ ਰੂਪਾਂ 'ਚ ਸਾਡੇ ਸਾਹਮਣੇ ਪ੍ਰਗਟ ਹੁੰਦੀਆਂ ਨੇ। ਕਈ ਵਾਰ ਭਾਵਨਾਤਮਕ ਦਬਾਅ ਕਾਰਨ ਖਿਡਾਰੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ। ਇਹਨਾਂ ਭਾਵਨਾਵਾਂ 'ਤੇ ਕਾਬੂ ਕਰਕੇ ਖਿਡਾਰੀ ਆਪਣੇ ਵਿਹਾਰਾਂ ਵਿੱਚ ਪਰਿਵਰਤਨ ਲਿਆ ਸਕਦੇ ਅਤੇ ਖੇਡ ਮਨੋਵਿਗਿਆਨ ਇਹਦੇ 'ਚ ਸਾਡੀ ਸਹਾਇਤਾ ਕਰਦਾ। ਫਿਰ ਹੈ ਜਦ। ਜਦ ਕੀ ਹੈ ਕਿ ਕੋਈ ਖਿਡਾਰੀ ਜੇ ਉਹਦੇ ਮਾਂ ਬਾਪ ਲੰਬੇ ਨੇ ਤਾਂ ਚਾਂਸ ਹੈ ਕਿ ਉਹ ਜ਼ਿਆਦਾ ਖਿਡਾਰੀ ਲੰਬੇ ਹੀ ਹੋਣਗੇ। ਫਿਰ ਭਾਰ ਪੱਖੋਂ, ਉਹਦੇ ਅੰਗਾਂ ਦੀ ਬਣਤਰ ਪੱਖੋਂ, ਫਿਰ ਮਾਨਸਿਕ ਪੱਖੋਂ, ਸੋਚ ਦੇ ਪੱਧਰ ਪੱਖੋਂ, ਬੁੱਧੀ ਦੇ ਵਿਕਾਸ ਪੱਖੋਂ ਕਿ ਉਹਦੀ ਬੌਧਿਕਤਾ ਕਿੰਨੀ ਹੈ, ਬੁੱਧੀ ਕਿੰਨੀ ਹੈ, ਉਹਦਾ ਦਿਮਾਗ ਕਿੰਨਾ ਹੈ, ਯਾਦ ਸ਼ਕਤੀ, ਕਲਪਨਾ ਸ਼ਕਤੀ, ਜਿਸ ਤਰ੍ਹਾਂ ਦਾ ਉਸ ਦੇ ਮਾਂ ਬਾਪ ਦਾ ਜਾਂ ਉਹਦੇ ਪਰਿਵਾਰ ਦੀ ਜਦ ਹੋਏਗੀ, ਮੋਸਟਲੀ ਬੱਚਾ ਉਸ ਤਰ੍ਹਾਂ ਦਾ ਹੀ ਹੋਏਗਾ। ਅਤੇ ਖੇਡ ਮਨੋਵਿਗਿਆਨ ਸਾਨੂੰ ਇਹ ਚੀਜ਼ ਜਾਂਚਣ ਦੇ ਵਿੱਚ ਸਹਾਇਤਾ ਕਰਦਾ। ਇਸ ਤੋਂ ਅਗਲਾ ਪੁਆਇੰਟ ਇਹ ਹੈ ਵਾਤਾਵਰਨ। ਖਿਡਾਰੀ ਦੇ ਉੱਤੇ ਜਦ ਦਾ ਤਾਂ ਅਸਰ ਪੈਂਦਾ ਹੀ ਪੈਂਦਾ, ਲੇਕਿਨ ਵਾਤਾਵਰਨ ਦਾ ਅਸਰ ਬਹੁਤ ਜ਼ਿਆਦਾ ਪੈਂਦਾ। ਜਿਸ ਮਾਹੌਲ ਵਿੱਚ ਕੋਈ ਬੱਚਾ ਪਲਿਆ ਹੁੰਦਾ, ਜਿਸ ਮਾਹੌਲ ਵਿੱਚ ਉਹ ਜੀਵਿਆ ਹੁੰਦਾ ਅਤੇ ਜਿਸ ਮਾਹੌਲ ਦੇ ਵਿੱਚ ਉਹ ਰਿਹਾ ਹੁੰਦਾ, ਉਸ ਮਾਹੌਲ ਦੇ ਵਿੱਚ ਉਹ ਬੱਚਾ ਜਿਹੜਾ ਹੈ ਉਹ ਬਹੁਤ ਵਧੀਆ ਕਿਰਿਆਵਾਂ ਜਿਹੜੀਆਂ ਹੈ ਉਹ ਕਰ ਸਕਦਾ ਜਾਂ ਘੱਟ ਕਿਰਿਆਵਾਂ ਕਰ ਸਕਦਾ। ਸੋ ਮਾਹੌਲ ਦੇਣ ਨਾਲ ਅਸੀਂ ਉਹ 'ਚ ਬਹੁਤ ਸਾਰੇ ਬਦਲਾਅ ਜਿਹੜੇ ਆ ਉਹ ਕਰ ਸਕਦੇ ਹਾਂ। ਸੋ ਵਾਤਾਵਰਨ ਦਾ ਪ੍ਰਭਾਵ ਮਨੁੱਖ 'ਤੇ ਜਾਂ ਖਿਡਾਰੀ 'ਤੇ ਕੀ ਪੈਂਦਾ, ਖੇਡ ਮਨੋਵਿਗਿਆਨ ਉਹਨੂੰ ਸਮਝਣ ਦੀ ਸਮਰੱਥਾ ਦਿੰਦਾ। ਅੱਗੇ ਹੈ ਜੀ ਪ੍ਰੇਰਨਾ, ਮੋਟੀਵੇਸ਼ਨ। ਪ੍ਰੇਰਨਾ ਜਿਹੀ ਚੀਜ਼ ਹੈ ਕਿ ਜਿਹੜੀ ਕਿਸੇ ਨੂੰ ਵੀ ਬਹੁਤ ਵੱਡਾ ਪਲੇਅਰ ਬਣਾ ਸਕਦੀ ਹੈ। ਕੋਈ ਇਹ ਪ੍ਰੇਰਨਾ ਆਪਣੇ ਅੰਦਰੂਨੀ ਮਨ ਤੋਂ ਹਾਸਿਲ ਕਰਦਾ ਹੈ ਅਤੇ ਕੋਈ ਇਹ ਬਾਹਰੀ ਪ੍ਰੇਰਨਾ ਹਾਸਿਲ ਕਰਦਾ, ਲੇਕਿਨ ਪ੍ਰੇਰਨਾ ਜਿਹੜੀ ਹੈ, ਮੋਟੀਵੇਸ਼ਨ ਹੈ, ਉਹਦੇ ਨਾਲ ਖਿਡਾਰੀ ਦੇ ਖੇਡ ਕਲਾ ਦਾ ਬਹੁਤ ਵਿਕਾਸ ਹੁੰਦਾ। ਅੱਗੇ ਹੈ ਮਾਨਸਿਕ ਸਮਰੱਥਾ। ਮਨੋਵਿਗਿਆਨ ਵਿਹਾਰਾਂ ਅਤੇ ਮਾਨਸਿਕ ਪ੍ਰਕਿਰਿਆਵਾਂ ਦਾ ਵਿਗਿਆਨ ਹੈ। ਮਾਨਸਿਕ ਸਮਰੱਥਾ ਕੀ ਹੈ? ਮਾਨਸਿਕ ਸਮਰੱਥਾ ਨੂੰ ਖਿਡਾਰੀ ਨੂੰ ਮਾਨਸਿਕ ਤੌਰ 'ਤੇ ਸਮਰੱਥ ਰੱਖਣ ਲਈ ਖੇਡ ਮਨੋਵਿਗਿਆਨੀਆਂ ਦੁਆਰਾ ਕਲੀਨਿਕਲ ਥੈਰੇਪੀਜ਼, ਮੈਡੀਟੇਸ਼ਨ ਅਤੇ ਹੋਰ ਆਰਾਮਦਾਇਕ ਕਿਰਿਆਵਾਂ ਦੀਆਂ ਖੋਜਾਂ ਕੀਤੀਆਂ ਗਈਆਂ ਹਨ। ਕਈ ਵਾਰੀ ਨਾ ਖਿਡਾਰੀ 'ਚ ਗੁਣ ਤਾਂ ਬਹੁਤ ਹੁੰਦੇ ਨੇ, ਲੇਕਿਨ ਉਹਦੇ ਵਿੱਚ ਮਾਨਸਿਕ ਸਮਰੱਥਾ ਦੀ ਘਾਟ ਹੁੰਦੀ ਹੈ। ਉਹ ਕਿਸੇ ਵੱਡੇ ਜਿਹੜਾ ਮੈਚ ਹੈ ਜਾਂ ਕੋਈ ਵੱਡਾ ਇਵੈਂਟ ਹੈ ਉਹਦੇ ਵਿੱਚ ਜਾਣ ਤੋਂ ਪਹਿਲਾਂ ਉਹ ਮਾਨਸਿਕ ਤੌਰ 'ਤੇ ਇੰਨਾ ਕਮਜ਼ੋਰ ਹੋ ਜਾਂਦਾ ਕਿ ਉਹਦੀ ਸਰੀਰਕ ਸਮਰੱਥਾ ਉਹਦੇ ਕੰਮ ਨਹੀਂ ਆਉਂਦੀ। ਸੋ ਖੇਡ ਮਨੋਵਿਗਿਆਨ ਦੀ ਸਹਾਇਤਾ ਨਾਲ ਅਸੀਂ ਉਹਦੇ ਮਾਨਸਿਕ ਸਮਰੱਥਾ ਜਿਹੜੀ ਹੈ ਉਹਨੂੰ ਜਾਂਚਣ ਤੋਂ ਬਾਅਦ ਜੋ ਵੀ ਸਮੱਸਿਆ ਦਾ ਹੱਲ ਸੰਭਵ ਹੁੰਦਾ ਉਹ ਤਲਾਸ਼ ਸਕਦੇ ਹਾਂ। ਖਿਡਾਰੀ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਕੇ, ਠੀਕ ਹੈ, ਖਿਡਾਰੀ ਦੇ ਖੇਡ ਮੈਦਾਨ ਦੌਰਾਨ ਸਹੀ ਫੈਸਲਾ ਲੈਣ ਦੇ ਉਹਨੂੰ ਯੋਗ ਬਣਾ ਸਕਦੇ ਹਾਂ। ਅੱਗੇ ਹੈ ਵਿਅਕਤੀਗਤ ਭਿੰਨਤਾ। ਦੇਖੋ, ਕੋ ਨਾ ਕਿਸੇ ਹੀ ਜਿਹਾ, ਇਹ ਗੁਰਮਤਿ ਕਹਿੰਦੀ ਹੈ। ਕੋਈ ਵੀ ਇੱਕ ਪੱਤਾ ਵੀ, ਇੱਕ ਜ਼ਰਾ ਵੀ, ਇੱਕ ਕਿਣਕਾ ਵੀ ਦੂਜੇ ਵਰਗਾ ਨਹੀਂ। ਵਿਅਕਤੀ ਦੂਜੇ ਨਾਲੋਂ ਰੰਗ ਪੱਖੋਂ, ਰੂਪ, ਸ਼ਕਲ, ਆਕਾਰ ਪੱਖੋਂ ਬਹੁਤ ਸਾਰੇ ਭਿੰਨ ਹੁੰਦੇ ਹਨ। ਸੋ ਉਹਨਾਂ ਦੀ ਭਿੰਨਤਾ ਨੂੰ ਦੇਖਦਿਆਂ ਹੀ ਉਹਨਾਂ ਲਈ ਖੇਡ ਦੀ ਚੋਣ ਕਰਨਾ ਅਤੇ ਖੇਡ ਦੇ ਵਿੱਚ ਵੀ ਉਹ ਕਿਸ ਪੋਜੀਸ਼ਨ 'ਤੇ ਖੇਡਣਗੇ, ਇਸ ਚੀਜ਼ ਦਾ ਫੈਸਲਾ ਵੀ ਕਰਨ ਵਿੱਚ ਵਿਅਕਤੀ ਦੀ ਭਿੰਨਤਾ ਬਹੁਤ ਮਹੱਤਵਪੂਰਨ ਹੁੰਦੀ ਹੈ ਅਤੇ ਖੇਡ ਮਨੋਵਿਗਿਆਨ ਇਹਨਾਂ ਭਿੰਨਤਾਵਾਂ ਨੂੰ ਸਹੀ ਪਾਸੇ ਪਰਖਣ ਵਿੱਚ ਸਾਡੀ ਸਹਾਇਤਾ ਕਰਦਾ ਹੈ। ਫਿਰ ਆ ਜਾਂਦੀ ਹੈ ਸ਼ਖਸੀਅਤ। ਕਿਸੇ ਵੀ ਬੰਦੇ ਦੀ ਸ਼ਖਸੀਅਤ ਦੇ ਵੱਖ-ਵੱਖ ਪੱਖ ਨੇ, ਜਿਵੇਂ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਪੱਖ। ਸਾਈਕੋਲੋਜੀ ਅਨੁਸਾਰ ਇਹ 4 ਪੱਖ ਨੇ, ਹੈ ਨਾ। ਸੋ ਖੇਡ ਮਨੋਵਿਗਿਆਨ ਦੇ ਨਾਲ ਅਸੀਂ ਕਿਸੇ ਵੀ ਬੰਦੇ ਦੀ ਸ਼ਖਸੀਅਤ ਨੂੰ ਪਛਾਣਦੇ ਹਾਂ ਅਤੇ ਸ਼ਖਸੀਅਤ ਦੀ ਪਛਾਣ ਕਰਨ ਤੋਂ ਬਾਅਦ ਹੀ ਉਹਨੂੰ ਕਿਸੇ ਖੇਡ ਵਿੱਚ ਪਾਉਂਦੇ ਹਾਂ ਅਤੇ ਖੇਡ ਵਿੱਚ ਪਾ ਕੇ ਵੀ ਉਹਨੂੰ ਖੇਡ ਵਿੱਚ ਕਿਹੜਾ ਰੋਲ ਦੇਣਾ, ਉਹਨੂੰ ਅਸੀਂ ਗੋਲਕੀਪਰ ਬਣਾਉਣਾ ਜਾਂ ਅਸੀਂ ਉਸ ਨੂੰ ਕੈਪਟਨ ਬਣਾ ਸਕਦੇ ਹਾਂ ਜਾਂ ਕਿਹੜੇ ਉਹਨੂੰ ਕੰਮ ਦੇ ਸਕਦੇ ਹਾਂ, ਉਹਦੀ ਸ਼ਖਸੀਅਤ ਦੇ ਅਨੁਸਾਰ, ਉਹਦੀ ਸਮਰੱਥਾ ਦੇ ਅਨੁਸਾਰ ਅਸੀਂ ਉਸ ਚੀਜ਼ ਨੂੰ ਸਮਝਦੇ ਹਾਂ। ਕਈ ਖਿਡਾਰੀ ਛੋਟਾ ਜਿਹਾ ਪ੍ਰਦਰਸ਼ਨ ਕਰਕੇ ਆਪਦੇ ਆਪ ਨੂੰ ਬਹੁਤ ਵੱਡਾ ਹੀਰੋ ਸਮਝਣ ਲੱਗ ਜਾਂਦੇ ਨੇ ਅਤੇ ਕਈਆਂ 'ਚ ਇਹ ਕਮੀ ਹੁੰਦੀ ਹੈ ਕਿ ਉਹ ਆਪਣੇ ਚੰਗੇ ਗੁਣਾਂ ਨੂੰ ਵੀ ਅੱਗੇ ਨਹੀਂ ਆਉਣ ਦਿੰਦੇ। ਸੋ ਉਹਦੀ ਸ਼ਖਸੀਅਤ ਨੂੰ ਪੜ੍ਹ ਕੇ, ਜਾਂਚ ਕੇ ਖਿਡਾਰੀ ਨੂੰ ਅਸੀਂ ਸਹੀ ਪਾਸੇ ਲਿਆ ਸਕਦੇ ਹਾਂ। ਪੱਕਾ ਇਰਾਦਾ, ਡਿਟਰਮੀਨੇਸ਼ਨ। ਜਿਹੜਾ ਪੱਕਾ ਇਰਾਦਾ ਹੈ ਉਹਦੇ ਨਾਲ ਜੇ ਕਿਸੇ ਖਿਡਾਰੀ 'ਚ ਕੋਈ ਕਮੀ ਵੀ ਹੋਵੇ ਤਾਂ ਉਹਦਾ ਵੀ ਹੱਲ ਜਿਹੜਾ ਹੈ ਉਹ ਹੋ ਸਕਦਾ, ਠੀਕ ਹੈ। ਸੋ
ਸਥਿਰਤਾ, ਪੱਕਾ ਇਰਾਦਾ ਬਣਾ ਕੇ ਵਿਹਾਰਾਂ ਵਿੱਚ ਦ੍ਰਿੜਤਾ, ਹੌਸਲਾ ਅਤੇ ਸਹਿਣਸ਼ੀਲਤਾ ਅਤੇ ਆਤਮ ਵਿਸ਼ਵਾਸ ਪੈਦਾ ਕਰਦਾ ਹੈ, ਜੋ ਖਿਡਾਰੀ ਨੂੰ ਵਿਰੋਧੀਆਂ ਸਾਹਮਣੇ ਸ਼ਕਤੀਸ਼ਾਲੀ ਰੂਪ ਵਿੱਚ ਪੇਸ਼ ਕਰਦਾ ਹੈ ਅਤੇ ਖੇਡ ਮਨੋਵਿਗਿਆਨ ਸਾਡੀ ਇਸ ਚੀਜ਼ 'ਚ ਸਹਾਇਤਾ ਕਰਦਾ ਹੈ। ਅੱਗੇ ਹੈ ਜੀ ਪ੍ਰੇਰਨਾ। ਪ੍ਰੇਰਨਾ ਅਜਿਹੀ ਸ਼ਕਤੀ ਹੈ ਜੋ ਖਿਡਾਰੀਆਂ ਨੂੰ ਕਿਰਿਆਵਾਂ ਅਤੇ ਕੰਮ ਕਰਨ ਲਈ ਮਾਨਸਿਕ ਤੌਰ 'ਤੇ ਤਿਆਰ ਅਤੇ ਚੰਗੇ ਪ੍ਰਦਰਸ਼ਨ ਲਈ ਉਤੇਜਿਤ ਕਰਦੀ ਹੈ। ਠੀਕ ਹੈ, ਮੋਟੀਵੇਸ਼ਨ ਅਸੀਂ ਇਹਨੂੰ ਕਹਿ ਦਿੰਦੇ ਹਾਂ। ਜਦੋਂ ਸਾਡੇ ਹੌਸਲੇ ਪਸਤ ਹੋ ਜਾਂਦੇ ਨੇ ਤਾਂ ਕੋਈ ਸਾਨੂੰ ਮੋਟੀਵੇਟ ਕਰ ਦੇਵੇ ਜਾਂ ਕੋਈ ਸਥਿਤੀ ਸਾਨੂੰ ਮੋਟੀਵੇਟ ਕਰ ਦੇਵੇ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕਰਨ ਲੱਗ ਜਾਂਦੇ ਹਾਂ। ਹੁਣ ਪ੍ਰੇਰਨਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਮੋਟੀਵੇਸ਼ਨ ਤੋਂ ਲਿਆ ਗਿਆ, ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ MOVERE ਮੋਵੇਰਰ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਟੂ ਮੂਵ, ਚੱਲਣਾ ਜਾਂ ਵੱਧਦੇ ਰਹਿਣਾ, ਭਾਵ ਵਿਅਕਤੀ ਦੇ ਵਿਹਾਰਾਂ ਨੂੰ ਬਦਲ ਕੇ ਅੱਗੇ ਮੰਜ਼ਿਲ ਵੱਲ ਲੈ ਕੇ ਜਾਣਾ। ਸਿੱਖਣ ਵਿੱਚ ਪ੍ਰੇਰਨਾ ਦਾ ਜ਼ਿਆਦਾ ਯੋਗਦਾਨ ਹੋਣ ਕਾਰਨ ਇਸ ਨੂੰ ਸਿੱਖਣ ਦਾ ਦਿਲ ਵੀ ਕਿਹਾ ਜਾਂਦਾ ਹੈ। ਪ੍ਰੇਰਨਾ ਵਿਅਕਤੀ ਵਿੱਚ ਸਿੱਖਣ ਦੀ ਭੁੱਖ ਪੈਦਾ ਕਰਦੀ ਹੈ, ਉਹਨੂੰ ਕੁਝ ਕਰਨ ਲਈ ਉਕਸਾਉਂਦੀ ਹੈ ਅਤੇ ਇਹ ਬੜੀ ਇੰਪੋਰਟੈਂਟ ਹੁੰਦੀ ਹੈ। ਹੁਣ ਪਰਿਭਾਸ਼ਾ ਕੀ ਹੈ ਜੀ ਪ੍ਰੇਰਨਾ ਦੀ? ਮੋਟੀਵੇਸ਼ਨ ਦੀ ਪਰਿਭਾਸ਼ਾ ਪਹਿਲੀ ਕਰੋ ਐਂਡ ਕਰੋ ਵੱਲੋਂ ਆ ਕਿ ਪ੍ਰੇਰਨਾ ਸਿੱਖਣ ਵਿੱਚ ਰੁਚੀ ਪੈਦਾ ਕਰਨ ਦੇ ਨਾਲ ਸੰਬੰਧਿਤ ਹੈ ਅਤੇ ਇਹ ਸਿੱਖਣ ਲਈ ਜ਼ਰੂਰੀ ਹੈ। ਦੂਜੀ ਕੈਲੇ ਦੀ ਹੈ ਪਰਿਭਾਸ਼ਾ, ਤੀਜੀ ਮੋਰਗਨ ਅਤੇ ਕਿੰਗ ਦੀ ਹੈ, ਫਿਰ ਕਰੁਕਸ ਅਤੇ ਸਟੇਨ ਦੀ ਹੈ, ਫਿਰ ਮੁਰੈਏ ਦੀ ਹੈ, ਫਿਰ ਐਜ਼ੀ ਬੈਥ ਅਤੇ ਡੈਫੀ ਦੀ ਹੈ। ਇਹਨਾਂ ਸਾਰੀਆਂ ਪਰਿਭਾਸ਼ਾਵਾਂ ਦੇ ਵਿੱਚੋਂ ਸਿੱਟਾ ਕੀ ਨਿਕਲਦਾ? ਪ੍ਰੇਰਨਾ ਸਿੱਖਣ ਅਤੇ ਸਿਖਾਉਣ ਦੀ ਉਹ ਪ੍ਰਕਿਰਿਆ ਹੈ ਜੋ ਖਿਡਾਰੀਆਂ ਨੂੰ ਕਿਰਿਆ ਕਰਨ ਲਈ ਜਾਂ ਕੁਝ ਵੀ ਕਰਨ ਲਈ ਉਕਸਾਉਂਦੀ ਹੈ, ਪ੍ਰੇਰਿਤ ਕਰਦੀ ਹੈ ਅਤੇ ਖਿਡਾਰੀ ਦੇ ਵਿਹਾਰ ਨੂੰ ਖੇਡਾਂ ਲਈ ਸਥਿਰ ਬਣਾਉਂਦੀ ਹੈ, ਮਨੁੱਖ ਦੀਆਂ ਅੰਤਰੀਵ ਪ੍ਰਵਿਰਤੀਆਂ ਨੂੰ ਸੰਤੁਸ਼ਟ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੀ। ਹੁਣ ਪ੍ਰੇਰਨਾ ਦੀਆਂ ਕਿਸਮਾਂ ਦੇਖੋ ਜੀ ਕੀ ਨੇ। ਜਿਵੇਂ ਆਪਾਂ ਪਹਿਲਾਂ ਕਿਹਾ ਸੀ ਕਿ ਪ੍ਰੇਰਨਾ ਦੀਆਂ ਦੋ ਮੁੱਖ ਕਿਸਮਾਂ ਨੇ, ਅੰਦਰੂਨੀ ਜਾਂ ਕੁਦਰਤੀ ਪ੍ਰੇਰਨਾ, ਬਾਹਰੀ ਜਾਂ ਬਨਾਵਟੀ ਪ੍ਰੇਰਨਾ। ਠੀਕ ਹੈ, ਹੁਣ ਜਿਹੜੀ ਅੰਦਰੂਨੀ ਜਾਂ ਕੁਦਰਤੀ ਪ੍ਰੇਰਨਾ ਹੈ ਉਹ ਕੀ ਚੀਜ਼ ਹੈ? ਅੰਦਰੂਨੀ ਜਾਂ ਕੁਦਰਤੀ ਪ੍ਰੇਰਨਾ ਅਜਿਹੀ ਪ੍ਰੇਰਨਾ ਹੈ ਜੋ ਵਿਅਕਤੀ ਅੰਦਰ ਕੁਝ ਕਰ ਗੁਜ਼ਰਨ ਦੀ ਲਾਲਸਾ ਅਤੇ ਰੁਚੀ ਉਹਨੂੰ ਅੰਦਰੋਂ ਮਹਿਸੂਸ ਹੁੰਦੀ ਹੈ। ਠੀਕ ਹੈ, ਉਹ ਅੰਦਰੋਂ ਹੀ ਇਸ ਚੀਜ਼ ਦੀ ਭੁੱਖ ਪਿਆਸ ਲੈ ਕੇ ਚੱਲਦਾ ਹੈ ਕਿ ਹਾਂ ਮੈਂ ਕੁਛ ਕਰਨਾ। ਜਿਵੇਂ ਸਰੀਰਕ ਪ੍ਰੇਰਨਾ 'ਚ ਕਾਮ ਵਾਸਨਾ, ਭੁੱਖ ਪਿਆਸ, ਨੀਂਦ। ਸਮਾਜਿਕ ਪ੍ਰੇਰਨਾ ਵਿੱਚ ਸਹਿਯੋਗ, ਸਮਾਜਿਕ ਲੋੜਾਂ। ਭਾਵਨਾਤਮਕ ਪ੍ਰੇਰਨਾ ਵਿੱਚ ਸਫਲਤਾ, ਹਾਰ, ਪਿਆਰ, ਸੁਰੱਖਿਆ। ਅਤੇ ਕੁਦਰਤੀ ਪ੍ਰੇਰਨਾ ਵਿੱਚ ਭਰੋਸਾ, ਆਤਮ ਸਨਮਾਨ, ਰੁਚੀ, ਮਜਬੂਰੀ ਆਦਿ। ਅੱਗੇ ਆ ਗਈ ਬਾਹਰੀ ਪ੍ਰੇਰਨਾ। ਜਿਹੜੀ ਬਾਹਰੀ ਪ੍ਰੇਰਨਾ ਹੈ ਉਹਨੂੰ ਦੇਖੋ। ਬਨਾਵਟੀ ਕਿਸਮ ਦੀ ਪ੍ਰੇਰਨਾ ਤੋਂ ਭਾਵ ਅਜਿਹੀ ਪ੍ਰੇਰਨਾ ਤੋਂ ਹੈ ਜਿਸ ਵਿੱਚ ਸੈਕੰਡਰੀ ਪ੍ਰੇਰਕਾਂ ਰਾਹੀਂ ਵਿਅਕਤੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਸਰੀਰਕ ਸਿੱਖਿਆ ਅਤੇ ਖੇਡਾਂ ਵਿੱਚ ਬਾਹਰੀ ਪ੍ਰੇਰਨਾ ਦਾ ਅਹਿਮ ਰੋਲ ਹੈ, ਜੋ ਕਿ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਲਈ ਲੋੜ ਅਨੁਸਾਰ ਬਨਾਵਟੀ ਰੂਪ ਵਿੱਚ ਪੈਦਾ ਕੀਤੇ ਜਾਂਦੇ ਹਨ, ਜੋ ਕਿ ਵਿਅਕਤੀ ਦੀਆਂ ਲੋੜਾਂ ਦੀ ਪੂਰਤੀ ਕਰਕੇ ਆਪਣੇ ਮਿੱਥੇ ਕੰਮ ਵੱਲ ਧਿਆਨ ਇਕਾਗਰ ਕਰਨ ਲਈ ਜ਼ਰੂਰੀ ਹੁੰਦੀ ਹੈ। ਦੇਖੋ ਵਿਦਿਆਰਥੀਓ, ਤੁਹਾਨੂੰ ਕੋਈ ਥੋੜ੍ਹੀ ਜਿਹੀ ਥਾਪੀ ਦੇ ਦੇਵੇ, ਸ਼ਾਬਾਸ਼ੀ ਦੇ ਦੇਵੇ, ਇਨਾਮ ਦੇ ਦੇਵੇ, ਸਟੇਜ 'ਤੇ ਤੁਹਾਡਾ ਨਾਮ ਬੋਲ ਦੇਵੇ ਜਾਂ ਮਾਈਕ ਵਿੱਚ ਤੁਹਾਡਾ ਨਾਮ ਬੋਲ ਦੇਵੇ ਤਾਂ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ। ਤੁਸੀਂ ਉਸ ਕੰਮ ਨੂੰ ਦੁਬਾਰਾ ਕਰ ਦਿਓ ਕਿ ਤੁਹਾਡਾ ਨਾਂ ਦੁਬਾਰਾ ਬੋਲਿਆ ਜਾਵੇ। ਸੋ ਇਹ ਬਾਹਰੀ ਪ੍ਰੇਰਨਾ ਹੈ। ਅਤੇ ਬਾਹਰੀ ਪ੍ਰੇਰਨਾ 'ਚ ਕੀ ਕੀ ਹੁੰਦਾ ਸ਼ਾਮਲ? ਇਨਾਮ ਹੋ ਸਕਦਾ, ਸਜ਼ਾ ਵੀ ਹੋ ਸਕਦੀ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜੇ ਕਿਸੇ ਵਿਦਿਆਰਥੀ ਨੂੰ ਜਾਂ ਕਿਸੇ ਪਲੇਅਰ ਨੂੰ ਜਦੋਂ ਅਸੀਂ ਉਹ ਫਾਊਲ ਕਰਦਾ ਜਾਂ ਉਹਨੂੰ ਕਾਰਡ ਦਿਖਾਉਂਦੇ ਹਾਂ ਜਾਂ ਕੁਝ ਵੀ ਕਰਦੇ ਹਾਂ, ਉਹਨੂੰ ਸਜ਼ਾ ਦਿੰਦੇ ਹਾਂ ਤਾਂ ਪ੍ਰੇਰਿਤ ਹੁੰਦਾ ਕਿ ਨਹੀਂ ਅਗਲੀ ਵਾਰ ਮੈਂ ਇੱਦੋਂ ਬਿਹਤਰ ਕਰਨਾ। ਮੁਕਾਬਲੇ ਕੰਪੀਟੀਸ਼ਨ ਕਰਾ ਦਿਓ, ਤੁਸੀਂ ਇਕੱਲੇ ਭੱਜੋਗੇ ਤੁਸੀਂ ਓਨਾ ਨਹੀਂ ਭੱਜ ਸਕੋਗੇ, ਲੇਕਿਨ ਤੁਹਾਡੇ ਨਾਲ ਕੋਈ ਹੋਰ ਮੁਕਾਬਲੇ 'ਤੇ ਭੱਜ ਲਏ ਤੁਸੀਂ ਵੱਧ ਜ਼ੋਰ ਲਾਓਗੇ। ਤੁਹਾਨੂੰ ਪ੍ਰੀਖਿਆ 'ਚ ਪਾਇਆ ਜਾਵੇ, ਸੁਣਨ ਵੇਖਣ ਦੀ ਸਹਾਇਕ ਸਮੱਗਰੀ ਦਿੱਤੀ ਜਾਵੇ, ਕੋਚ ਅਤੇ ਖਿਡਾਰੀਆਂ ਦਾ ਰਿਸ਼ਤਾ, ਸਹਿਯੋਗ, ਚੰਗਾ ਵਾਤਾਵਰਨ ਅਤੇ ਖੇਡ ਸਹੂਲਤਾਂ ਵੀ ਤੁਹਾਨੂੰ ਪ੍ਰੇਰਨਾ ਦੇ ਸਕਦੇ ਆ। ਵਜ਼ੀਫੇ, ਪ੍ਰਸ਼ੰਸਾ, ਪਾਠਕ੍ਰਮ ਵਿੱਚ ਨਵੀਨਤਾ ਲਿਆ ਕੇ ਕੋਈ ਨਵੀਂ ਕਿਤਾਬ, ਨਵਾਂ ਸਿਲੇਬਸ, ਨਵਾਂ ਨਿਯਮ ਤੁਹਾਨੂੰ ਦੇ ਦਿੱਤਾ ਜਾਵੇ, ਤੁਸੀਂ ਪ੍ਰੇਰਿਤ ਹੋਵੋਗੇ। ਸਿਖਲਾਈ ਨੂੰ ਦਿਲਚਸਪ ਬਣਾ ਕੇ ਅਤੇ ਸਵੈ ਮੁਲਾਂਕਣ ਕਰਕੇ ਵੀ ਭਾਈ ਪਿਛਲੀ ਵਾਰ ਤੂੰ ਇਸ ਤਰ੍ਹਾਂ ਦਾ ਸੀ ਅਤੇ ਇਸ ਵਾਰ ਤੇਰਾ ਪ੍ਰਦਰਸ਼ਨ ਅੱਗੇ ਨਾਲੋਂ ਬਹੁਤ ਚੰਗਾ ਹੋ ਗਿਆ। ਇਹ ਵੀ ਤੁਹਾਡੇ ਲਈ ਮੋਟੀਵੇਸ਼ਨ ਜਾਂ ਪ੍ਰੇਰਨਾ ਦਾ ਬਾਹਰੀ ਰੂਪ ਜਿਹੜਾ ਹੈ ਉਹ ਬਣ ਜਾਂਦਾ। ਪ੍ਰੇਰਨਾ ਅਸਰਦਾਰ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦਾ ਜ਼ਰੂਰੀ ਗੁਣ ਹੈ, ਜਿਹੜੀ ਔਖੀਆਂ ਕਿਰਿਆਵਾਂ ਨੂੰ ਸੌਖਾ ਬਣਾ ਕੇ ਖਿਡਾਰੀ ਨੂੰ ਪੇਸ਼ ਕਰਦੀ ਹੈ। ਇਹ ਖਿਡਾਰੀ ਨੂੰ ਸ਼ਾਬਾਸ਼, ਉੱਚੀ ਉੱਚੀ ਆਵਾਜ਼ ਵਿੱਚ ਕੀਤੀ ਗਈ ਖਿਡਾਰੀ ਦੀ ਸ਼ਲਾਘਾ, ਉਸਦੀ ਪਿੱਠ ਥਾਪਣ ਜਾਂ ਪ੍ਰਸ਼ੰਸਾ ਕਰਨਾ ਹੁੰਦੀ ਹੈ। ਹੁਣ ਉੱਘੇ ਨਾਮਵਰ ਐਥਲੀਟ ਜਾਂ ਖਿਡਾਰੀ ਦੀਆਂ ਪ੍ਰਾਪਤੀਆਂ ਅਤੇ ਜੀਵਨ ਸ਼ੈਲੀ ਦਾ ਅਧਿਐਨ ਹੈ, ਜਿਸ ਨਾਲ ਨਵੇਂ ਖਿਡਾਰੀ ਪੈਦਾ ਹੁੰਦੇ ਹਨ। ਹੁਣ ਇੱਕ ਪਹਿਲੀ ਗੱਲ ਤਾਂ ਕੀ ਹੈ ਕਿ ਜਿਹੜੀ
ਸਰੀਰਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਜਿਹੜੀ ਪ੍ਰੇਰਨਾ ਹੈ ਉਹਦਾ ਮਹੱਤਵ ਕੀ ਹੈਗਾ। ਆ ਦੇਖੋ, ਪਹਿਲੀ ਗੱਲ ਤਾਂ ਸਫਲ ਪ੍ਰਦਰਸ਼ਨ। ਇਹਦੇ ਨਾਲ ਬੰਦੇ ਦਾ ਪ੍ਰਦਰਸ਼ਨ ਜਿਹੜਾ ਹੈ ਉਹ ਬਿਹਤਰ ਹੁੰਦਾ ਅਤੇ ਉਹਨੂੰ ਸਰੀਰਕ, ਮਾਨਸਿਕ, ਸਮਾਜਿਕ ਪੱਧਰ 'ਤੇ ਸੰਤੁਸ਼ਟੀ ਹਾਸਲ ਹੁੰਦੀ ਹੈ। ਦੂਜਾ, ਮੂਲ ਪ੍ਰਵਿਰਤੀਆਂ ਦੀ ਸੰਤੁਸ਼ਟੀ। ਹਰੇਕ ਵਿਅਕਤੀ ਦੇ ਜੀਵਨ ਦੀਆਂ ਇੱਛਾਵਾਂ ਹੁੰਦੀਆਂ ਹਨ। ਭੁੱਖ, ਪਿਆਸ, ਨੀਂਦ ਅਤੇ ਖੇਡਣਾ ਆਦਿ ਖਿਡਾਰੀ ਦੀਆਂ ਮੂਲ ਪ੍ਰਵਿਰਤੀਆਂ ਹਨ। ਇਹਨਾਂ ਵਿੱਚੋਂ ਖੇਡਣ ਦੀ ਪ੍ਰਵਿਰਤੀ ਹਰ ਵਿਅਕਤੀ ਵਿੱਚ ਹੁੰਦੀ ਹੈ ਅਤੇ ਇਹਨਾਂ ਦੀ ਪੂਰਤੀ ਖਿਡਾਰੀ ਅਚਨਚੇਤ ਜਾਂ ਚੇਤਨ ਰੂਪ ਵਿੱਚ ਕਰਦਾ ਹੈ। ਸੋ ਮੂਲ ਪ੍ਰਵਿਰਤੀਆਂ ਦੀ ਸੰਤੁਸ਼ਟੀ ਵੀ ਇਹਦੇ ਨਾਲ ਹੁੰਦੀ ਹੈ। ਅੱਗੇ ਹੈ ਸਕਾਰਾਤਮਕ ਵਿਹਾਰ। ਪ੍ਰੇਰਨਾ ਇੱਕ ਸਕਾਰਾਤਮਕ ਪੱਖ ਹੈ ਜੋ ਖਿਡਾਰੀ ਦੇ ਵਿਹਾਰਾਂ ਵਿੱਚ ਸਕਾਰਾਤਮਕਤਾ ਪੈਦਾ ਕਰਦੀ ਹੈ। ਮਤਲਬ ਇਹ ਪੋਜ਼ੀਟਿਵ ਹੈ, ਇਹ ਨੈਗੇਟਿਵ ਨਹੀਂ ਹੈ। ਉਹਨੂੰ ਚੰਗੇ ਪਾਸੇ ਵੱਲ ਹੀ ਪ੍ਰੇਰਨਾ ਜਿਹੜੀ ਆ ਉਹ ਲੈ ਕੇ ਜਾਂਦੀ ਹੈ। ਭਾਵੇਂ ਉਹਨੂੰ ਥੋੜ੍ਹੀ ਸਜ਼ਾ ਹੀ ਦਿੱਤੀ ਜਾਵੇ, ਪਰ ਸਜ਼ਾ ਤੋਂ ਬਾਅਦ ਵੀ ਜਿਹੜੀ ਉਹਨੂੰ ਕਾਮਯਾਬੀ ਹਾਸਲ ਹੁੰਦੀ ਹੈ ਉਹ ਸਕਾਰਾਤਮਕ ਹੁੰਦੀ ਹੈ। ਸਮਾਜਿਕ ਸੰਬੰਧਾਂ ਵਿੱਚ ਵਿਕਾਸ। ਪ੍ਰੇਰਨਾ ਖਿਡਾਰੀ ਦੇ ਸਮਾਜਿਕ ਸੰਬੰਧਾਂ ਦਾ ਵਿਕਾਸ ਕਰਦੀ ਹੈ। ਜਦੋਂ ਖਿਡਾਰੀ ਖੇਡ ਦੇ ਮੈਦਾਨ ਵਿੱਚ ਖੇਡਣ ਲਈ ਭਾਗ ਲੈਂਦਾ ਹੈ ਤਾਂ ਸਮਾਜ ਵਿੱਚ ਵੱਖ-ਵੱਖ ਲੋਕਾਂ, ਖਿਡਾਰੀਆਂ ਅਤੇ ਕੋਚਾਂ ਆਦਿ ਨਾਲ ਉਹਦਾ ਸੰਬੰਧ ਬਣਦਾ ਹੈ। ਸੋ ਉਹਦੇ ਸਮਾਜਿਕ ਸੰਬੰਧ ਜਿਹੜੇ ਨੇ ਉਹ ਬਿਹਤਰ ਹੁੰਦੇ ਆ। ਖੇਡ ਸੱਭਿਆਚਾਰ ਉਹ ਸਿੱਖ ਜਾਂਦਾ ਹੈਗਾ। ਅੱਗੇ ਹੈ ਸਹਿਣਸ਼ੀਲਤਾ ਦਾ ਵਿਕਾਸ। ਹਰ ਖਿਡਾਰੀ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਹਰ ਖਿਡਾਰੀ ਜੇਕਰ ਉਹ ਕਿਤੇ ਕਾਮਯਾਬ ਨਾ ਹੋਵੇ, ਅਗਲੇ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਹੈ। ਸੋ ਬਹੁਤ ਕੁਝ ਉਹ ਸਹਿਣਸ਼ੀਲਤਾ ਦੇ ਵਿੱਚ ਆ ਜਾਂਦਾ ਹੈ ਅਤੇ ਉਹਨੂੰ ਇਹ ਪਤਾ ਲੱਗ ਜਾਂਦਾ ਕਿ ਮੈਂ ਜੋ ਕਰਨਾ ਉਹ ਸਹਿਣਸ਼ੀਲਤਾ ਦੇ ਵਿੱਚ ਹੀ ਕਰ ਸਕਣਾ, ਬਿਨਾਂ ਸਹਿਣਸ਼ੀਲਤਾ ਤੋਂ ਮੈਂ ਕੁਝ ਨਹੀਂ ਕਰ ਸਕਦਾ। ਸੋ ਇਹ ਪ੍ਰੇਰਨਾ ਉਹਨੂੰ ਸਹਿਣਸ਼ੀਲਤਾ ਸਿਖਾਉਂਦੀ ਹੈ। ਅਧਿਆਪਕ ਅਤੇ ਕੋਚ ਦੇ ਸਵੈ ਵਿਕਾਸ ਲਈ। ਅਧਿਆਪਕ ਅਤੇ ਖਿਡਾਰੀ ਦੋਨੋਂ ਸਿੱਖਿਆ ਦਾ ਅਜਿਹਾ ਧੁਰਾ ਹਨ ਜੋ ਇੱਕ ਦੂਜੇ ਦਾ ਵਿਕਾਸ ਕਰਨ ਵਿੱਚ ਮਦਦ ਕਰਦੇ ਹਨ। ਅਧਿਆਪਕ ਅਤੇ ਕੋਚ ਮਨੋਵਿਗਿਆਨੀ ਬਣ ਕੇ ਖਿਡਾਰੀ ਦੀਆਂ ਮਾਨਸਿਕ ਪ੍ਰਕਿਰਿਆਵਾਂ ਅਤੇ ਮਨੋਭਾਵਾਂ ਨੂੰ ਸਮਝਦੇ ਹੋਏ ਉਸਦੇ ਭਵਿੱਖ ਦੀ ਅਗਵਾਈ ਕਰਦੇ ਹਨ। ਸੋ ਉਹਨਾਂ ਵਾਸਤੇ ਇਹ ਪ੍ਰੇਰਨਾ ਜਿਹੜੀ ਹੈ ਬਹੁਤ ਜ਼ਰੂਰੀ ਹੈ। ਸਿੱਟਾ ਕੀ ਨਿਕਲਿਆ ਜੀ? ਸਿੱਟਾ ਨਿਕਲਿਆ ਤੁਹਾਡੇ ਸਾਹਮਣੇ ਕਿ ਉਪਰੋਕਤ ਕਥਨਾਂ ਦਾ ਅਧਿਐਨ ਕਰਨ ਤੋਂ ਪਤਾ ਲੱਗਦਾ ਹੈ ਕਿ ਪ੍ਰੇਰਨਾ ਦੇ ਸਰੋਤਾਂ ਦੀ ਵਰਤੋਂ ਕਰਕੇ ਖਿਡਾਰੀ ਤੋਂ ਚੰਗਾ ਪ੍ਰਦਰਸ਼ਨ ਦੀ ਆਸ ਕੀਤੀ ਜਾ ਸਕਦੀ ਹੈ। ਖਿਡਾਰੀ ਨੂੰ ਮਾਨਸਿਕ ਅਤੇ ਸਰੀਰਕ ਰੂਪ ਵਿੱਚ ਮੁਕਾਬਲੇ ਲਈ ਤਿਆਰ ਕੀਤਾ ਜਾ ਸਕਦਾ ਹੈ। ਕੁੱਲ ਮਿਲਾ ਕੇ ਖਿਡਾਰੀ, ਅਧਿਆਪਕ, ਕੋਚ, ਟ੍ਰੇਨਰ ਅਤੇ ਸਰੀਰਕ ਸਿੱਖਿਆ ਦੇ ਅਧਿਆਪਕ ਦੇ ਜੀਵਨ ਵਿੱਚ ਪ੍ਰੇਰਨਾ ਅਤੇ ਪ੍ਰੇਰਕਾਂ ਦਾ, ਪਹਿਲੀ ਗੱਲ ਤਾਂ ਜਿਹੜੇ ਪ੍ਰੇਰਨਾ ਦਿੰਦੇ ਨੇ ਅਤੇ ਪ੍ਰੇਰਨਾ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਅਹਿਮ ਰੋਲ ਹੈ, ਜੋ ਖਿਡਾਰੀ ਅਤੇ ਕੋਚ ਦੋਵਾਂ ਦੇ ਵਿਅਕਤੀਤਵ ਨੂੰ, ਉਹਨਾਂ ਦੀ ਪਰਸਨੈਲਿਟੀ ਨੂੰ ਨਿਖਾਰਦਾ। ਲੋ, ਇਹ ਜੀ ਆਪਣਾ ਚੈਪਟਰ ਸੀ ਅਤੇ ਹੁਣ ਆਪਾਂ ਥੋੜ੍ਹੇ ਜਿਹੇ ਸਵਾਲ ਜਿਹੜੇ ਆ ਉਹ ਦੇਖ ਲਈਏ। ਖੇਡ ਮਨੋਵਿਗਿਆਨ ਸ਼ਬਦ ਕਿਹੜੇ 3 ਸ਼ਬਦਾਂ ਤੋਂ ਬਣਿਆ? ਤੁਸੀਂ ਜਾਣ ਗਏ ਹੋਵੋਗੇ ਜੀ। ਖੇਡ ਮਨੋਵਿਗਿਆਨ। ਖੇਡ ਮਨੋਵਿਗਿਆਨ ਦੀ ਪਰਿਭਾਸ਼ਾ ਇਹ ਵੀ ਤੁਸੀਂ ਲਿਖਦੇ ਹੋਵੋਗੇ ਕਿਉਂਕਿ ਆਪਾਂ ਵਿਸਥਾਰ ਨਾਲ ਪੜ੍ਹ ਲਿਆ। ਖੇਡ ਮਨੋਵਿਗਿਆਨ ਦਾ ਆਧੁਨਿਕ ਯੁੱਗ ਵਿੱਚ ਕੀ ਮਹੱਤਵ ਹੈ? ਬੜਾ ਮਹੱਤਵ ਹੈ। ਸਾਰੀ ਚਰਚਾ ਹੀ ਇਸ ਵਿਸ਼ੇ 'ਤੇ ਕੀਤੀ ਹੈ ਆਪਾਂ। ਪ੍ਰੇਰਨਾ ਕੀ ਹੈ? ਪ੍ਰੇਰਨਾ ਦੇ ਸਰੋਤਾਂ ਦੀ ਵਿਆਖਿਆ ਕਰੋ। ਤੁਸੀਂ ਬਿਲਕੁਲ ਸਹੀ ਦੱਸਿਆ। 5ਵਾਂ ਸਵਾਲ ਹੈ ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ ਦੇ ਨਾਂ ਲਿਖੋ ਅਤੇ ਆਖਰੀ ਸਵਾਲ ਹੈ ਖੇਡ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਨ ਵਾਲੇ ਮਨੋਵਿਗਿਆਨਕ ਤੱਤਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿਓ। ਸੋ ਵਿਦਿਆਰਥੀਓ, ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤੁਸੀਂ ਇਸ ਪਾਠ ਨੂੰ ਪੜ੍ਹ ਲਿਆ ਹੈ ਅਤੇ ਉਮੀਦ ਕਰਦੇ ਹਾਂ ਕਿ ਇਹ ਪਾਠ ਇਕੱਲੇ ਪ੍ਰੀਖਿਆ ਲਈ ਨਹੀਂ ਬਲਕਿ ਜ਼ਿੰਦਗੀ ਲਈ ਤੁਹਾਡੀ ਅਗਵਾਈ ਕਰਦਾ ਰਹੇਗਾ। ਵਿਦਿਆਰਥੀਓ, ਮੈਂ ਵੈਸੇ ਵੀ ਤੁਹਾਨੂੰ ਇੱਕ ਸਲਾਹ ਜ਼ਰੂਰ ਦੇਵਾਂਗਾ ਕਿ ਜਿਹੜਾ ਅਸੀਂ ਵਿਹਾਰ ਕਰਦੇ ਹਾਂ, ਚਾਹੇ ਉਹ ਖੇਡ ਮੈਦਾਨ ਦੇ ਅੰਦਰ ਕਰਦੇ ਹਾਂ ਜਾਂ ਖੇਡ ਦੇ ਦੌਰਾਨ ਕਰਦੇ ਹਾਂ ਜਾਂ ਖੇਡ ਤੋਂ ਅੱਗੋਂ ਪਿੱਛੋਂ ਕਰਦੇ ਹਾਂ, ਕਈ ਵਾਰੀ ਅਸੀਂ ਹਾਰ ਕੇ ਦਿਲ ਛੱਡ ਜਾਂਦੇ ਹਾਂ ਅਤੇ ਜਿੱਤ ਕੇ ਪੈਰ ਛੱਡ ਜਾਂਦੇ ਹਾਂ। ਠੀਕ ਹੈ। ਜਿਹੜਾ ਖੇਡ ਮਨੋਵਿਗਿਆਨ ਹੈ ਨਾ, ਇਹ ਸਾਨੂੰ ਇੱਕ ਸਹੀ ਖਿਡਾਰੀ ਅਤੇ ਸਹੀ ਇਨਸਾਨ ਬਣਨ ਦੇ ਵਿੱਚ ਸਹਾਇਤਾ ਕਰਦਾ। ਦੂਜੀ ਗੱਲ, ਹੋਰਾਂ ਖਿਡਾਰੀਆਂ ਨੂੰ ਉਹਨਾਂ ਦੇ ਵਿਹਾਰ ਤੋਂ ਅਸੀਂ ਜਾਣਦੇ ਪਛਾਣਦੇ ਹਾਂ। ਅਸੀਂ ਉਹਨਾਂ ਵਿੱਚ ਵੀ ਸੁਧਾਰ ਕਰ ਸਕਦੇ ਹਾਂ ਅਤੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਵਿੱਚ ਵੀ ਸੁਧਾਰ ਕਰ ਸਕਦੇ ਹਾਂ। ਸੋ ਇਹ ਜਿਹੜਾ ਖੇਡਾਂ ਨਾਲ ਸੰਬੰਧਿਤ ਵਿਸ਼ਾ ਤੁਹਾਨੂੰ ਦਿੱਤਾ ਗਿਆ ਹੈ, ਇਹਨੂੰ ਇਸ ਤਰੀਕੇ ਨਾਲ ਜ਼ਰੂਰ ਪੜ੍ਹਿਆ ਕਰੋ ਕਿ ਇੱਕ ਬਹੁਤ ਵਧੀਆ ਇਹ ਵਿਗਿਆਨਕ ਵਿਸ਼ਾ ਹੈ ਅਤੇ ਖੇਡ ਮਨੋਵਿਗਿਆਨ ਨੇ ਸਾਨੂੰ ਅੱਜ ਬੜੀਆਂ ਸਾਰੀਆਂ ਨਵੀਆਂ ਜਾਣਕਾਰੀਆਂ ਦਿੱਤੀਆਂ ਨੇ ਜੋ ਤੁਸੀਂ ਆਪਣੇ ਸਾਥੀਆਂ ਨਾਲ ਸਾਂਝੀਆਂ ਕਰੋਗੇ ਅਤੇ ਜ਼ਿੰਦਗੀ ਵਿੱਚ ਇਹਨਾਂ ਨੂੰ ਅਪਣਾਓਗੇ। ਸ਼ੁਕਰੀਆ।